वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਬਣੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, 1984 ਦਾ ਜਿਹੜਾ ਘੱਲੂਘਾਰਾ ਵਾਪਰਿਆ ਸੀ, ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ, ਉਹਦੀ ਜਿਹੜੀ ਵਰ੍ਹੇਗੰਢ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ ਲੰਘ ਕੇ ਗਈ ਹੈ। ਅੱਜ ਅਸੀਂ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ ਕਿ 1984 ਦਾ ਜਿਹੜਾ ਕਤਲੇਆਮ ਸਿੱਖਾਂ ਦਾ ਕੀਤਾ ਗਿਆ, ਉਹਦਾ ਇਨਸਾਫ ਸਿੱਖਾਂ ਨੂੰ ਹਜੇ ਤੱਕ ਕਿਉਂ ਨਹੀਂ ਮਿਲਿਆ। ਖਾਸ ਤੌਰ ਤੇ ਜਦੋਂ ਅਸੀਂ ਨਿਆਂਪਾਲਿਕਾ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ, ਭਾਰਤ ਦਾ ਜਿਹੜਾ ਸੁਪਰੀਮ ਕੋਰਟ ਹੈਗਾ, ਉਹਦੇ ਤੋਂ ਲੈ ਕੇ ਸਰਕਾਰ ਤੱਕ ਦਾ ਕੀ ਰੋਲ ਹੈ। ਖਾਸ ਤੌਰ ਤੇ ਜਦੋਂ ਅਸੀਂ CBI ਦੀ ਗੱਲ ਕਰਦੇ ਹਾਂ ਤੇ CBI ਦੇ ਵਿੱਚ ਜਿਹੜੇ ਕੇਸ ਹੈਗੇ ਆ ਸਿੱਖਾਂ ਵੱਲੋਂ ਅਦਾਲਤਾਂ ਦੇ ਵਿੱਚ ਪਾਏ ਗਏ, ਉਹ CBI ਸਿੱਖਾਂ ਦੇ ਕੇਸਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਤਾਂ ਇਸ ਮਾਮਲੇ ਦੇ ਵਿੱਚ CBI ਦਾ ਕੀ ਰੋਲ ਹੈਗਾ, CBI ਨੇ ਇਨਸਾਫ ਦੇਣ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਇਆ ਜਾਂ ਕਿੱਥੇ ਜਿਹੜੀ ਹੈਗੀ ਹੈ ਕਮੀ ਰਹੀ ਹੈ। ਸੋ ਇਹ ਜਿਹੜੇ ਸਵਾਲ ਹੈਗੇ ਨੇ, ਇਹ ਅੱਜ ਕੌਮ ਦੇ ਮਨਾਂ ਦੇ ਵਿੱਚ ਉੱਠਦੇ ਨੇ, ਕਿਉਂਕਿ ਇਨਸਾਫ ਹਜੇ ਤੱਕ ਨਹੀਂ ਮਿਲ ਸਕਿਆ, ਨਾ ਹੀ ਅਦਾਲਤਾਂ ਦੇ ਵਿੱਚੋਂ ਤੇ ਨਾ ਹੀ ਸਰਕਾਰ ਵੱਲੋਂ ਉਸ ਤਰ੍ਹਾਂ ਦੀ ਜਿਹੜੀ ਵਿਲ ਪਾਵਰ ਹੈਗੀ ਹੈ ਉਹ ਇਸ ਮੁੱਦੇ ਨੂੰ ਲੈ ਕੇ, ਇਸ ਇਸ਼ੂ ਨੂੰ ਲੈ ਕੇ ਦਿਖਾਈ ਗਈ ਹੈ। ਰੈਦਰ ਦੈਨ ਡਿਨਾਇਲ ਮੋਡ ਦੇ ਵਿੱਚ ਰਹੀ ਹੈ। ਹਮੇਸ਼ਾ ਸਰਕਾਰ ਕਤਲੇਆਮ ਨੂੰ ਮੰਨਣ ਤੋਂ, ਨਸਲਕੁਸ਼ੀ ਨੂੰ ਮੰਨਣ ਤੋਂ ਵੀ ਮੁਨਕਰ ਰਹੀ ਹੈ ਸਰਕਾਰ। ਇਹਦੀ ਇੱਕ ਐਗਜ਼ਾਮਪਲ ਸਾਨੂੰ ਪਿਛਲੇ ਦਿਨੀ ਦੇਖਣ ਨੂੰ ਮਿਲੀ ਹੈ, ਜਦੋਂ ਕਨੈਟਿਕਟ ਵੱਲੋਂ, ਅਮਰੀਕਾ ਦੇ ਕਨੈਟਿਕਟ ਸੂਬੇ ਵੱਲੋਂ 1984 ਦਾ ਜਿਹੜਾ ਇਹ ਕਤਲੇਆਮ ਸੀ, ਉਸ ਨੂੰ ਮੁੱਖ ਰੱਖਦਿਆਂ ਹੋਇਆਂ 1 ਨਵੰਬਰ ਦਾ ਦਿਨ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਮਾਰਕ ਕੀਤਾ ਗਿਆ। ਤਾਂ ਇੰਡੀਅਨ ਕੌਂਸੂਲੇਟ ਵੱਲੋਂ, ਇੰਡੀਅਨ ਕੌਂਸਲ ਜਨਰਲ ਵੱਲੋਂ ਉੱਥੋਂ ਦੇ ਸੈਨੇਟਰ ਨੂੰ, ਕਨੈਟਿਕਟ ਦੇ ਸੈਨੇਟਰ ਨੂੰ ਇਹ ਪੱਤਰ ਲਿਖ ਕੇ ਗੱਲ ਕਹੀ ਗਈ ਹੈ ਕਿ ਇਹ ਜਿਹੜਾ ਹੈਗਾ ਸਭ ਝੂਠ ਹੈ, ਬਲਕਿ ਸਿੱਖਾਂ ਵੱਲੋਂ ਹੀ ਇੱਦਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਜਿਹਦੇ ਜਵਾਬ ਦੇ ਵਿੱਚ ਜਿਹੜਾ ਇਹ ਸਾਰਾ ਘਟਨਾਕ੍ਰਮ ਸੀ ਉਹ ਵਾਪਰਿਆ ਸੀ। ਸੋ ਇੱਦਾਂ ਦਾ ਹੀ ਜਿਹੜਾ ਇਹ ਸਾਰਾ ਇਸ਼ੂ ਹੈਗਾ, ਜਿੱਥੇ ਸਰਕਾਰ ਡਿਨਾਇਲ ਮੋਡ ਦੇ ਵਿੱਚ ਆ, ਉੱਥੇ ਸਿੱਖਾਂ ਵੱਲੋਂ ਇਨਸਾਫ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸਾਰੇ ਇਸ਼ੂ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਕੀ ਕਹਿਣਾ ਚਾਹੋਗੇ ਜਦੋਂ ਅਸੀਂ ਇਹ ਸਾਰੇ ਪਾਰਟ ਬਾਰੇ ਦੇਖਦੇ ਹਾਂ? ਸਰਕਾਰ ਦਾ ਜਿਹੜਾ ਰੋਲ ਹੈਗਾ ਇਹਦੇ ਵਿੱਚ ਸਾਡੇ ਸਾਹਮਣੇ ਹੈ। ਸਰਕਾਰ ਜਿਹੜੀ ਹੈ ਹਮੇਸ਼ਾ ਡਿਨਾਇਲ ਮੋਡ ਦੇ ਵਿੱਚ ਰਹੀ ਹੈ ਤੇ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਵੀ ਸਿੱਖਾਂ ਨੂੰ ਇਹ ਜਿਹੜੀ ਸਾਰਾ ਜੋ ਵਾਪਰਿਆ ਸੀ ਘਟਨਾਕ੍ਰਮ, ਉਹਨੂੰ ਭੁੱਲ ਜਾਣਾ ਚਾਹੀਦਾ ਹੈ, ਭੁੱਲ ਕੇ ਮੂਵ ਔਨ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜੀ ਜਸਟਿਸ ਦੀ ਗੱਲ ਹੈਗੀ ਹੈ ਉਹਨੂੰ ਵੀ ਭੁਲਾਉਣ ਦੀ ਜਿਹੜੀ ਸਲਾਹ ਹੈਗੀ ਹੈ ਸਿੱਖ ਕੌਮ ਨੂੰ, ਉਹ ਦਿੱਤੀ ਜਾਂਦੀ ਹੈ। ਸੋ ਤੁਸੀਂ ਇਸ ਸਾਰੇ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਹੈਗੇ ਹੋ, ਕੀ ਕਹਿਣਾ ਚਾਹੋਗੇ ਇਸ ਬਾਰੇ? ਤੇ ਖਾਸ ਤੌਰ ਤੇ ਜਦੋਂ ਜਸਟਿਸ ਦੇ ਡਿਨਾਇਲ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਅਦਾਲਤਾਂ ਦਾ ਕੀ ਰੋਲ ਹੈਗਾ, ਖਾਸ ਤੌਰ ਤੇ ਇੰਡੀਅਨ ਸੁਪਰੀਮ ਕੋਰਟ ਦਾ? ਦੇਖੋ, ਸੁਪਰੀਮ ਕੋਰਟ ਦਾ ਰੋਲ ਹੀ ਸਭ ਤੋਂ ਗੰਦਾ ਰਿਹਾ ਹੈ। 31 ਅਕਤੂਬਰ ਤੋਂ ਲੈ ਕੇ 3 ਤਰੀਕ ਤੱਕ ਸੁਪਰੀਮ ਕੋਰਟ ਦੇ ਜੱਜਾਂ ਨੇ ਔਰ ਦਿੱਲੀ ਹਾਈ ਕੋਰਟ ਦੇ ਜੱਜਾਂ ਨੇ ਕੋਰਟਾਂ ਨੂੰ ਤਾਲੇ ਲਗਾ ਕੇ ਘਰਾਂ 'ਚ ਬੈਠ ਗਏ, ਕੋਰਟਾਂ ਨੂੰ ਤਾਲੇ ਲੱਗ ਗਏ ਔਰ ਜੱਜਾਂ ਨੇ ਇਸ ਸਾਰੇ ਕਤਲੇਆਮ ਨੂੰ ਆਪਣੇ ਘਰਾਂ 'ਚ ਬੈਠ ਕੇ ਦੂਰਦਰਸ਼ਨ ਦੇ ਰਾਹੀਂ ਖੂਨ ਕਾ ਬਦਲਾ ਖੂਨ, ਇਹ ਸਾਰੀਆਂ ਚੀਜ਼ਾਂ ਜੱਜਾਂ ਨੇ ਖੁਦ ਦੇਖੀਆਂ ਨੇ ਔਰ ਜੱਜਾਂ ਨੇ ਸੜਕਾਂ ਤੇ ਜੋ ਹੋ ਰਿਹਾ ਸੀ ਉਸ ਨੂੰ ਵੀ ਦੇਖਿਆ। ਇਹ ਜੱਜ ਜਿਹੜੇ ਸਨ ਉਹ ਇਸ ਕਤਲੇਆਮ ਦੇ ਆਈ ਵਿਟਨੈਸ ਨੇ ਔਰ ਜੱਜਾਂ ਨੇ ਖੁਦ ਦੇਖਿਆ। ਔਰ 4 ਦਿਨ ਤੋਂ ਬਾਅਦ ਜੱਜਾਂ ਨੇ, ਜਦ ਸੁਪਰੀਮ ਕੋਰਟ ਔਰ ਦਿੱਲੀ ਹਾਈ ਕੋਰਟ ਦੇ ਵਿੱਚ ਜੱਜ ਆ ਕੇ ਬੈਠੇ, ਇਹਨਾਂ ਜੱਜਾਂ ਨੇ ਸਰਕਾਰ ਤੋਂ ਇਹ ਪੁੱਛਿਆ ਹੀ ਨਹੀਂ ਕਿ ਪਿਛਲੇ 4 ਦਿਨ ਦਿੱਲੀ ਦੇ ਵਿੱਚ ਕੀ ਵਾਪਰਿਆ ਔਰ ਇਹ ਹਜ਼ਾਰਾਂ ਲੋਕਾਂ ਦਾ ਜਿਹੜਾ ਕਤਲ ਹੋਇਆ ਕਿਸਨੇ ਕਰਵਾਇਆ ਔਰ ਕਾਤਲ ਕਿੱਥੇ ਨੇ, ਪੁਲਿਸ ਕਿਤੇ। ਰੋਲ ਸਭ ਤੋਂ ਭੈੜਾ ਜਿਹੜਾ ਰਿਹਾ ਉਹ ਸੁਪਰੀਮ ਕੋਰਟ ਦੇ ਜੱਜਾਂ ਦਾ ਰਿਹਾ ਹੁਣ ਤੱਕ ਜੀ। ਤੇ ਇਹਦੇ ਵਿੱਚ ਇੱਕ ਜਿਹੜਾ ਪ੍ਰੋਵੀਜ਼ਨ ਹੁੰਦਾ ਹੈ ਸੂਮੋਟੋ ਨੋਟਿਸ ਦਾ, ਜਿਹੜਾ ਵੀ ਕੋਈ
ਇਸ਼ੂ ਚੱਲ ਰਿਹਾ ਹੁੰਦਾ, ਜਿਹੜਾ ਜੱਜਾਂ ਨੂੰ ਇੰਪੋਰਟੈਂਟ ਲੱਗੇ ਜਾਂ ਅਦਾਲਤਾਂ ਨੂੰ ਇੰਪੋਰਟੈਂਟ ਲੱਗੇ, ਉਹਦੇ ਤੇ ਸੂ ਮੋਟੋ ਨੋਟਿਸ ਲਿਆ ਜਾਂਦਾ, ਆਪਣੇ ਆਪ ਜਿਹੜੀ ਹੈਗੀ ਹੈ ਕਾਰਵਾਈ ਉਹ ਆਰੰਭੀ ਜਾਂਦੀ ਹੈ ਤੇ ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ, ਜਾਂਚ ਏਜੰਸੀਆਂ ਨੂੰ ਹੁਕਮ ਕੀਤੇ ਜਾਂਦੇ ਆ ਕਿ ਇਹਦੀ ਜਿਹੜੀ ਜਾਂਚ ਹੈਗੀ ਆ ਉਹ ਕੀਤੀ ਜਾਵੇ ਤੇ ਜਿਹੜਾ ਸੱਚ ਹੈਗਾ ਉਹ ਲੋਕਾਂ ਦੇ ਸਾਹਮਣੇ ਤੇ ਅਦਾਲਤ ਦੇ ਸਾਹਮਣੇ ਲਿਆਂਦਾ ਜਾਵੇ। ਪਰ ਇਸ ਕੇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਅਦਾਲਤ ਵੱਲੋਂ, ਸੁਪਰੀਮ ਕੋਰਟ ਵੱਲੋਂ ਵੀ ਇਸ ਕੇਸ ਦਾ ਜਾਂ ਸਿੱਖਾਂ ਦੇ ਕਤਲੇਆਮ ਦਾ ਸੂ ਮੋਟੋ ਨੋਟਿਸ ਲਿਆ ਗਿਆ ਹੋਵੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਠੀਕ ਕਹਿ ਰਹੇ ਹੋ। ਛੋਟੇ ਛੋਟੇ ਮਾਮਲਿਆਂ ਤੇ ਸੁਪਰੀਮ ਕੋਰਟ ਨੇ ਸੋ ਮੋਟੋ ਐਕਸ਼ਨ ਕਈ ਵਾਰ ਲਏ ਨੇ। ਛੋਟੇ ਛੋਟੇ ਮਾਮਲਿਆਂ ਤੇ ਦਿੱਲੀ ਹਾਈ ਕੋਰਟ ਦੇ ਜੱਜਾਂ ਨੇ ਕਈ ਵਾਰ ਸੋ ਮੋਟੋ ਐਕਸ਼ਨ ਲਏ ਨੇ। ਜਿਸ ਤਰ੍ਹਾਂ ਲਾਲੂ ਦੇ ਮਾਮਲੇ ਤੇ ਚਾਰਾ ਘੁਟਾਲਾ ਦੇ ਮਾਮਲੇ ਤੇ ਲਏ ਨੇ, ਦਿੱਲੀ ਦੇ ਵਿੱਚ ਡੇਂਗੂ ਬੁਖਾਰ ਤੇ ਲਏ ਨੇ। ਜੇ ਦਿੱਲੀ ਦੇ ਵਿੱਚ ਬੜੀ ਠੰਡ ਪੈ ਗਈ ਹੈ ਤੇ ਸੜਕਾਂ ਤੇ ਲੋਕ ਸੋ ਰਹੇ ਨੇ ਤੇ ਜੱਜਾਂ ਨੇ ਸੋ ਮੋਟੋ ਐਕਸ਼ਨ ਲਿਆ, ਤੇ ਜੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ ਤੇ ਜੱਜਾਂ ਨੇ ਸੋ ਮੋਟੋ ਐਕਸ਼ਨ ਲਿਆ। ਦਿੱਲੀ ਵਿੱਚ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਤੇ ਜੱਜਾਂ ਨੇ ਸੋ ਮੋਟੋ ਐਕਸ਼ਨ ਲਿਆ। ਪਰ ਦਿੱਲੀ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਮਾਰਾ ਜਾਣਾ ਜੱਜਾਂ ਦੇ ਸਾਹਮਣੇ ਜੱਜਾਂ ਨੇ ਦੇਖਿਆ ਤੇ ਜੱਜਾਂ ਦਾ ਚੁੱਪ ਰਹਿਣਾ। ਔਰ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ ਗੱਲ ਹੈ ਜੀ, ਸੁਪਰੀਮ ਕੋਰਟ ਦੇ ਜੱਜ ਤੇ ਦਿੱਲੀ ਹਾਈ ਕੋਰਟ ਦੇ ਜੱਜ ਜਿਹੜੇ ਦਿੱਲੀ ਦੇ ਵਿੱਚ ਬੈਠੇ ਹੈ ਜੀ, ਦਿੱਲੀ ਦੇ ਚਾਰ ਚੁਫੇਰੇ 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਚਾਰ ਚੁਫੇਰੇ 10,000 ਤੋਂ ਵੱਧ ਕਾਤਿਲ ਅੱਜ ਵੀ ਆਜ਼ਾਦ ਘੁੰਮ ਰਹੇ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਜਿੰਦਾ ਸਾੜਿਆ, ਜਿਨ੍ਹਾਂ ਨੇ ਗੁਰਦੁਆਰੇ ਸਾੜੇ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾੜੇ, ਜਿਨ੍ਹਾਂ ਨੇ ਔਰਤਾਂ ਨਾਲ ਬਲਾਤਕਾਰ ਕੀਤਾ, ਜਿਨ੍ਹਾਂ ਨੇ ਲਾਸ਼ਾਂ ਨੂੰ ਅਰਾਵਲੀ ਦੀਆਂ ਪਹਾੜੀਆਂ ਵਿੱਚ ਲਿਜਾ ਕੇ ਪੈਟਰੋਲ ਤੇ ਡੀਜ਼ਲ ਤੇ ਕੈਮੀਕਲ ਪਾ ਕੇ ਬਿਨਾਂ ਧਾਰਮਿਕ ਮਰਿਆਦਾ ਦੇ 50-50, 100-100 ਬੰਦਿਆਂ ਦੀਆਂ ਲਾਸ਼ਾਂ ਦਾ ਇਕੱਠਾ ਜਿੱਦਾਂ ਉੱਤੇ ਪੈਟਰੋਲ ਡੀਜ਼ਲ ਕੈਮੀਕਲ ਪਾ ਕੇ ਅੱਗ ਲਾ ਦਿੱਤੀ। ਕੋਈ ਧਾਰਮਿਕ ਪ੍ਰਕਿਰਿਆ ਵੀ ਲਾਗੂ ਨਹੀਂ ਕੀਤੀ ਗਈ। ਇਤਨਾ ਵੱਡਾ ਜਿਹੜਾ ਕਾਂਡ ਸੀ, ਅੱਜ ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਦੇ ਜੱਜ ਇੱਕ ਐਸੇ ਸ਼ਹਿਰ ਵਿੱਚ ਬੈਠ ਕੇ ਕੰਮ ਕਰ ਰਹੇ ਨੇ ਜਿਸ ਸ਼ਹਿਰ ਦੇ ਵਿੱਚ 10,000 ਤੋਂ ਵੱਧ ਕਾਤਲ ਖੁੱਲੇਆਮ ਘੁੰਮ ਰਹੇ ਨੇ ਜੀ। ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਸੀ ਦਿੱਲੀ ਵਿੱਚ, ਉਹ ਕਿਸੇ ਹੋਰ ਦੇਸ਼ ਤੋਂ ਨਹੀਂ ਆਏ ਸੀਗੇ। ਉਹ ਨਾ ਅਮਰੀਕਾ ਤੋਂ, ਨਾ ਪਾਕਿਸਤਾਨ ਤੋਂ, ਨਾ ਬੰਗਲਾਦੇਸ਼ ਤੋਂ, ਕਿੱਥੋਂ ਨਹੀਂ ਆਏ ਸੀਗੇ ਜੀ। ਉਹ ਕਿੱਥੋਂ ਦੂਰ ਬਿਹਾਰ ਤੋਂ, ਕਿੱਥੋਂ ਉੜੀਸਾ ਤੋਂ, ਕਿੱਥੋਂ ਮਹਾਰਾਸ਼ਟਰ ਤੋਂ ਨਹੀਂ ਆਏ ਸੀਗੇ। ਉਹ ਸਾਰੇ ਜਿਹੜੇ ਸੀ ਦਿੱਲੀ ਦੇ ਵਿੱਚ ਰਹਿੰਦੇ ਸੀਗੇ, ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ, ਸਾੜਿਆ, ਕਤਲ ਕੀਤਾ। ਤੁਸੀਂ ਹੈਰਾਨ ਹੋਵੋਗੇ ਕਿ ਸੁਪਰੀਮ ਕੋਰਟ ਛੋਟੇ ਛੋਟੇ ਮਾਮਲਿਆਂ ਸੋ ਮੋਟੋ ਲੈਂਦੀ ਹੈ, ਪਰ ਸੁਪਰੀਮ ਕੋਰਟ ਨਹੀਂ ਕਦੀ ਸੋ ਮੋਟੋ ਲਿਆ ਕਿ ਦਿੱਲੀ ਦੇ ਵਿੱਚ ਇਤਨੇ ਕਤਲ ਕਰਨ ਵਾਲੇ ਬੰਦੇ ਉਹ ਘੁੰਮ ਰਹੇ ਨੇ ਤੇ ਸਰਕਾਰ ਜਿਹੜੇ ਔਰ ਪੁਲਿਸ ਜਿਹੜੀ ਹੈ ਇਹਨਾਂ ਨੂੰ ਅਰੈਸਟ ਕਰਕੇ ਸਾਡੇ ਕੋਰਟ ਦੇ ਸਾਹਮਣੇ ਪੇਸ਼ ਕਰੇ, ਕਦੀ ਨਹੀਂ ਕਿਹਾ ਜੀ। ਔਰ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਛੋਟੇ ਛੋਟੇ ਮਾਮਲਿਆਂ ਤੇ ਕਾਫੀ ਕੰਮ ਕੀਤਾ। ਇਸ ਕਰਕੇ ਸੁਪਰੀਮ ਕੋਰਟ ਦਾ ਰੋਲ ਜਿਹੜਾ ਹੈ ਉਹ ਬਹੁਤ ਬੜਾ ਹੈ। ਤੇ ਮੈਂ ਅਕਸਰ ਇਹ ਕਹਿ ਰਿਹਾ ਹੁਣ ਕਿ ਇਹ ਲੜਾਈ ਜਿਹੜੀ ਸਿੱਖਾਂ ਦੀ ਹੈ, ਤੁਸੀਂ ਸਰਦਾਰ ਸਾਹਿਬ ਇਹ ਗੱਲ ਬਿਲਕੁਲ ਧਿਆਨ ਵਿੱਚ ਰੱਖੋ, ਮੈਂ ਹਿਸਟਰੀ ਦਾ ਸਟੂਡੈਂਟ ਹਾਂ। ਇਹ ਲੜਾਈ ਜਿਹੜੀ ਹੈ ਜਨਰੇਸ਼ਨ ਟ੍ਰਾਂਸਫਰ ਲੜਾਈ ਬਣ ਗਈ ਹੈ ਜੀ। ਇਹ ਲੜਾਈ ਜਿਹੜੀ ਹੈ ਚੱਲ ਰਹੀ ਹੈ, ਇਹ ਲੜਾਈ ਮੁੱਕੀ ਨਹੀਂ, ਨਾ ਮੁੱਕਣੀ ਨੇ। ਕਿਉਂਕਿ ਸਿੱਖਾਂ ਦੀ ਤੁਸੀਂ ਹਿਸਟਰੀ ਪੜ੍ਹ ਲਓ, ਤੁਹਾਨੂੰ ਉਸ ਪੂਰੀ ਹਿਸਟਰੀ ਦੇ ਵਿੱਚ ਸਮਝ ਆਏਗੀ। ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਇਹ ਜਨਰੇਸ਼ਨ ਟ੍ਰਾਂਸਫਰ ਲੜਾਈ ਰਹੀ ਹੈ ਸਾਡੀ ਜੀ। ਅਸੀਂ ਲੜਦੇ ਰਹੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ। ਤੁਸੀਂ ਦੇਖੋ ਇਹ ਜਿਹੜੀ ਲੜਾਈ ਹੈ, ਆਹ ਲੜਾਈ ਵੀ ਅਸੀਂ ਹੁਣ ਫਸ ਗਏ ਹਾਂ ਇਸ ਮੁਲਕ ਦੇ ਵਿੱਚ। ਸਾਡੀ ਗਿਣਤੀ ਬੜੀ ਘੱਟ ਹੈ। ਇਹ 1.5 ਅਰਬ ਦੇ ਲਗਭਗ ਹੁਣ ਇਹਨਾਂ ਦੀ ਗਿਣਤੀ ਹੋਣ ਜਾ ਰਹੀ ਹੈ। ਇਹ ਖੁਦ ਇਤਨੀ ਵੱਡੀ ਪਾਪੂਲੇਸ਼ਨ ਹੈ ਤੇ ਅਸੀਂ ਕਿੱਥੇ ਵੀ ਨਹੀਂ ਹੈਗੇ, ਨਾ ਸਾਡਾ ਕੋਈ ਰੋਲ ਹੈ। ਇਸ ਕਰਕੇ ਇਹ ਸਾਡਾ ਸਿੱਖਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ, ਘਬਰਾਣਾ ਨਹੀਂ ਚਾਹੀਦਾ। ਔਰ ਇਹ ਲੜਾਈ ਜਨਰੇਸ਼ਨ ਟ੍ਰਾਂਸਫਰ ਹੈ ਔਰ ਇਹ ਲੜਾਈ ਚੱਲ ਰਹੀ ਹੈ ਤੇ ਸਿੱਖਾਂ ਨੇ ਲੜਾਈ ਜਿੱਤਣੀ ਹੈ।
ਇਹ ਹਾਰਨ ਵਾਲੀ ਲੜਾਈ ਨਹੀਂ ਹੈ। ਪਰ ਇਹ ਗੱਲ ਜ਼ਰੂਰ ਆ ਕਿ ਇਹ ਇਸ ਵਕਤ ਅਸੀਂ ਫਸ ਗਏ ਆ, ਇਹਨਾਂ ਦੇ ਕੋਲ ਫਸ ਗਏ ਹਾਂ ਅਸੀਂ। ਜੀ ਬੱਬਰ ਸਾਹਿਬ, ਇਹ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਕਮਿਸ਼ਨ ਹੈਗੇ ਨੇ, ਦਰਜਨ ਤੋਂ ਵਧੇਰੇ ਜਿਹੜੇ ਕਮਿਸ਼ਨ ਨੇ ਉਹ ਬਣਾਏ ਗਏ ਨੇ ਇਹਦੀ ਜਾਂਚ ਦੇ ਲਈ, ਇਸ ਸਾਰੇ ਕਾਰਨੇਜ ਦੀ, ਇਸ ਨਸਲਕੁਸ਼ੀ ਦੀ, ਜੈਨੋਸਾਈਡ ਦੀ ਜਾਂਚ ਦੇ ਲਈ। ਤੇ ਜਿਹੜੇ ਕੇਸਿਸ ਅਦਾਲਤਾਂ ਦੇ ਵਿੱਚ ਥੋੜੇ ਬਹੁਤ ਚੱਲ ਵੀ ਰਹੇ ਆ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਦੇ ਖਿਲਾਫ ਜਾਂ ਹੋਰ, ਉਹ ਸਿੱਖਾਂ ਵੱਲੋਂ CBI ਜਿਹੜੀ ਹੈਗੀ ਹੈ ਉਹ ਅਦਾਲਤ ਦੇ ਵਿੱਚ ਕੇਸ ਲੜ ਰਹੀ ਹੈ। ਸੋ ਇਹ ਸਾਰੇ ਪਾਰਟ ਦੇ ਵਿੱਚ ਜਿਹੜੀ CBI ਹੈਗੀ ਹੈ, ਜਾਂਚ ਏਜੰਸੀ, ਉਹਦੇ ਤੇ ਕਾਫੀ ਜਿਹੜਾ ਹੈਗਾ ਦਾਰੋਮਦਾਰ ਹੈਗਾ, ਤੇ ਉਹਦਾ ਰੋਲ ਤੁਸੀਂ ਕਿਵੇਂ ਦੇਖਦੇ ਹੋ? ਜਾਂਚ ਕਮਿਸ਼ਨਰ ਦੇ ਰੋਲ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਕਿੱਥੇ ਫੇਲੀਅਰ ਰਹੀ ਹੈ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ, CBI ਹੈ, ਉਹ ਇਨਸਾਫ ਦਿਵਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ? ਦੇਖੋ ਅਮਰਵੀਰ ਜੀ, ਪਹਿਲਾਂ ਤੇ ਸਿੱਖ ਕੌਮ ਨੂੰ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਸਿੱਖਾਂ ਨੇ ਅਦਾਲਤਾਂ ਦੇ ਵਿੱਚ ਨਾ ਦਿੱਲੀ ਗੁਰਦੁਆਰਾ ਕਮੇਟੀ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਕੋਈ ਸਿੱਖ ਸੰਸਥਾ, ਨਾ ਕੋਈ ਸਿੱਖ ਵਕੀਲ, ਕਿਸੇ ਨੇ ਕਦੀ ਵੀ ਪਿਛਲੇ 34 ਸਾਲਾਂ ਦੇ ਵਿੱਚ ਕਿਸੇ ਅਦਾਲਤ ਵਿੱਚ ਕੋਈ ਮੁਕੱਦਮਾ ਫਾਈਲ ਕੀਤਾ ਹੋਵੇ? ਇੱਕ ਵੀ ਮੁਕੱਦਮਾ ਕਿਸੇ ਨੇ ਫਾਈਲ ਨਹੀਂ ਕੀਤਾ। ਇਹ ਮੈਂ ਤੁਹਾਨੂੰ ਔਨ ਰਿਕਾਰਡ ਇਸ ਕਰਕੇ ਦੱਸ ਰਿਹਾ ਕਿ ਤੁਹਾਡੇ ਕੋਲ ਇੰਟਰਨੈਟ ਹੈ, ਤੁਸੀਂ ਇੰਟਰਨੈਟ ਤੇ ਸੁਪਰੀਮ ਕੋਰਟ ਕਲਿੱਕ ਕਰੋ, ਤੁਸੀਂ ਇੰਟਰਨੈਟ ਤੇ ਦਿੱਲੀ ਹਾਈ ਕੋਰਟ ਕਲਿੱਕ ਕਰੋ, ਤੁਹਾਨੂੰ ਪਤਾ ਲੱਗ ਜਾਏਗਾ 84 ਦੇ ਮੁਕੱਦਮੇ ਕਿਸਨੇ ਫਾਈਲ ਕੀਤੇ ਨੇ। ਕੋਈ ਮੁਕੱਦਮਾ ਹੀ ਨਹੀਂ ਫਾਈਲ ਕੀਤਾ ਕਿਸੇ ਸਿੱਖ ਨੇ, ਤੇ ਕਿਸੇ ਸੰਸਥਾ ਨੇ, ਕਿਸੇ ਵਿਡੋ ਦਾ ਜਾਂ ਕਿਸੇ ਵਿਕਟਮ ਦਾ ਤੇ ਮੁਕੱਦਮੇ ਕਿਹੜੇ ਚੱਲ ਰਹੇ ਨੇ? ਇੱਕ ਜੁਮਲਾ ਜਿਹੜਾ ਘੁੰਮ ਰਿਹਾ ਹੈ ਨਾ, ਬੜੇ ਮੁਕੱਦਮੇ ਚੱਲ ਰਹੇ ਨੇ, ਮੁਕੱਦਮੇ ਲੜੇ ਜਾ ਰਹੇ ਨੇ, ਇਹ ਸਾਰੀ ਬਕਵਾਸ ਹੈ, ਬਕਵਾਸ। ਔਨ ਰਿਕਾਰਡ ਕਹਿ ਰਿਹਾ। ਹੁਣ ਤੇ ਮੈਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਤੁਹਾਨੂੰ, ਤੁਸੀਂ ਤੇ ਨੈਟ ਤੇ ਬੈਠੇ ਹੋ, ਹੁਣੇ ਕਲਿੱਕ ਕਰੋ ਦਿੱਲੀ ਦੀਆਂ ਅਦਾਲਤਾਂ, ਤੁਹਾਨੂੰ ਪਤਾ ਲੱਗ ਜਾਏਗਾ ਕਿਸੇ ਨੇ ਕਦੀ ਮੁਕੱਦਮਾ ਫਾਈਲ ਕੀਤਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ, ਮੈਨੂੰ ਦੱਸਣ ਦੀ ਵੀ ਲੋੜ ਨਹੀਂ। ਹੁਣ ਆ ਜਾਓ ਅਗਲੀ ਗੱਲ, CBI ਦੀ। ਸਰਕਾਰ ਨੇ ਬੜੀ ਚਲਾਕੀ ਨਾਲ ਸਿੱਖਾਂ ਦਾ ਵਕਤ ਖਰਾਬ ਕਰਨ ਵਾਸਤੇ ਸਿੱਖਾਂ ਨੂੰ ਲਾਰਾ ਲੱਪਾ ਲਾਈ ਰੱਖਿਆ। ਇੱਕ ਕਮਿਸ਼ਨ ਤੋਂ ਬਾਅਦ ਦੂਸਰਾ ਕਮਿਸ਼ਨ ਬਣਾ ਕੇ, ਇੱਕ ਕਮੇਟੀ ਤੋਂ ਬਾਅਦ दूसरी कमेटी बना के सरकार ने सिख पॉलिटिशियंस जिहड़े ने, करप्ट पॉलिटिशियन जिहड़े ने साडी कौम दे विच, उन्हां नूं अगे करके एक लारा लप्पा लाई रखिया भी जस्टिस मिलेगा, जस्टिस मिलेगा। एक कमीशन ने नहीं था, हुण कमेटी बन गई है, हुण इन्हें देना है, हुण SIT बन गई है, इन्हें देना है, हुण पुराना कमीशन बन गया, उन्हें देना है। आ सिखां नूं दा टाइम बर्बाद करना सी, गल नूं पुराना करना सी, और 34 साल बीत गए ने, और 10 12 15 साल बीत जाएंगे, सिख भुल जाएंगे। सरकार दी स्ट्रैटेजी रही है, सरकार दी ये नीति रही है। और जिथे तक तुसी CBI दी गल कीती है, तुसी दसो, मैं तुहानू ओपन तुहाडे इत्थे मंच ते दस रहा, अज दिल्ली दे विच 1984 दे सिर्फ 2 मुकदमे ने, होर कोई मुकदमा नहीं। जे मैं झूठ बोल रहा तो तुहाडे मंच ते तुसी मैनू एक्सपोज कर सकते हो जे मैं झूठ बोल रहा। कोई भी बंदा आके कह सकता है 2 तो ज्यादा मुकदमे ने जी। एक मुकदमा जगदीश टाइटलर दे मामले ते कड़का डूमा कोर्ट विच है, एक मुकदमा सज्जन कुमार दे मामले च पटियाला कोर्ट विच है जी। इस मामले दे विच एक तरफ जगदीश टाइटलर दे मामले दे विच CBI दे वकील ने, एक तरफ टाइटलर दे वकील ने जी। और मामला बड़ा कमजोर है, बड़ा कमजोर मामला है, कुछ नहीं उधर जाओ, एक एप्लीकेशन ला देंगे ना, लटकदा रहता, वो लटकदा रहता। टाइटलर के खिलाफ मुकदमे चल रहे हैं, टाइटलर के खिलाफ डे टू डे हेयरिंग चल रही है, सब बकवास। तुसी बैठे हो इंटरनेट ते, तुसी जर्नलिस्ट हो, तुसी देख लो कितना डे टू डे इदी हेयरिंग चल रही है। तुसी जगदीश सज्जन कुमार दे मामले तो कहने हो कि पटियाला कोर्ट दे विच इक्को मुकदमा सज्जन कुमार दे चल रहा है, ते रोला पाया जाता है सज्जन कुमार के खिलाफ और जगदीश टाइटलर के खिलाफ और कातलों के खिलाफ मुकदमे चल रहे हैं। भाई तुसी क्यों लोकां नूं गुमराह कर रहे हो? कोई नहीं चल रहे, 2 मुकदमे ने, एक तरफ CBI है, एक तरफ टाइटलर है, एक तरफ सज्जन कुमार है, एक तरफ CBI है। साडा रोल ही कोई नहीं।
और हुण सुनो, सज्जन कुमार दे मामले च 4 विटनेस मर चुके ने जी, ठीक है। जगदीश टाइटर दे मामले विच कोई वड्डा मामला ही नहीं रहा। आ जिहड़ा सीबीआई दा और कातलां दा जिहड़ा मामला सी वड्डे लीडरां दा, एक फ्रेंडली मैच चल रहा है, फ्रेंडली मैच बड़ी स्ट्रैटेजी नाल चल रहा है और इंटेलिजेंस एजेंसियां बड़ा शानदार रोल अदा कर रही हैं। लिंगर ऑन करी जाओ, सिखा नूं दसी जाओ, मुकदमे चल रहे हैं। मेरी चुनौती है तुहानूं इस मंच पे किसी नूं भी कि सिर्फ 2 मुकदमे ने जी, और मेरी चुनौती है सारी कौम दे विच किसी नूं भी, कोई भी जिन्ना मर्जी बड़ा वकील है, उसने एक भी मुकदमा किसी भी अदालत दे विच फाइल नहीं किया जी। देखो अमरवीर जी, हालात है ने कि जे असी स्टेट के खिलाफ मुकदमे ही नहीं फाइल किए, जे असी गुरुद्वारे जला दिते गए, एक भी मुकदमा नहीं असी फाइल किया, साडे गुरुद्वारे साड़ दिते, साडे श्री गुरु ग्रंथ साहब गलियां विच खिला दिते, असी एक भी मुकदमा फाइल नहीं किया जी। सिख औरतां नाल बलात्कार होए बड़ी वड्डी गिनती विच, असी किथे भी मुकदमा फाइल नहीं किया। सिखां नूं जिंदा साड़िया गया गली गली, असी किथे नामजद मुकदमा फाइल नहीं किया। सिखां दीयां लाशां दिल्ली दे विचों घसीट के जिद्दां कोई जानवर सड़क ते मर जांदा है, ओनू घसीट के तुसी रेहड़ी च पांदे हो, रिक्शे च पांदे हो, फिर एक ठिकाने ते इन्हां ने इकट्ठियां कीतियां हर गली दे मोड़ ते। रातां ठंडियां सन, रातां कालियां सन, सर्दी बड़ी सी और सिखां दीयां लाशां रात दे अंधेरे दे विच इन्हां ने इकट्ठियां कीतियां, टैंपोआं दे विच लोड कीतियां, ट्रकां दे विच लोड कीतियां, 100 150 लाशां एक ट्रक दे विच भर के अरावली दीयां पहाड़ियां च लै गए। उत्थे पेट्रोल और डीजल डाल के इन्हां ने पूरे लाट इन्हां ने साड़ दिते, किसी ने मुकदमा फाइल नहीं किया। इस करके आ जिहड़ा दौर चलिया, यह दौर बड़ा सिख लीडरशिप दा जिहड़ा निकम्मापन है वो सामने आया। 34 साल दे विच 34 साल दे विच सिख लीडरशिप ने बड़ा निकम्मा रोल अदा किया और इंटेलिजेंस एजेंसियां ने इहदे बहुत बड़ा काम किया और सरकार जिहड़ी सी उहदा एक निशाना सी कि सिखां नूं पूरी तरह बर्बाद अगर करना है तो सरकार दा एक निशाना सी गुरुद्वारे साड़ दो, गुरु ग्रंथ साहब तुसी जला दो, सिख औरतां दा बलात्कार करो, सिखां नूं जिंदा साड़ दो, सिखां दीयां लाशां नूं जंगलां दे विच जाके पेट्रोल डीजल पा के साड़ दो और सब तो वड्डा गल है कि इन्हां नूं फिर इंसाफ भी ना दो, इंसाफ भी ना दो, तो फिर इन्हां नूं समझ आएगी कि यह किन्ने बहादुर ने। एक बड़ी वड्डी सोची समझी साजिश सी और उसी साजिश के तहत ते गली गली नारे लगे सी, नीली पीली रहनी देनी, सत श्री अकाल कहनी देनी, हिंदू हिंदू भाई भाई। ताई ते राजीव गांधी नूं 402 MP 402 MP पूरी दी पूरी पार्लियामेंट राजीव गांधी नूं सारे हिंदुआं ने मिल के एकजुट होके उन्होंने इन्ने वोट पा दिते। अज तक किसी भी सरकार नूं इतनियां वोट नहीं पे, इतने मेंबर ऑफ पार्लियामेंट किसी को नहीं आए जितने राजीव गांधी नूं मिले, क्योंकि सारा हिंदू भाई भाई बन गया जी। इस करके जनरेशन लड़ाई है, जनरेशन ट्रांसफर लड़ाई है जी। तुसी घबराने वाली साडी गल नहीं होनी चाहिए ना, सानू सोचना चाहिए है। असी यह मन के चलिए बाबर तो लैके औरंगजेब तक असी जूझे हाँ, लड़े हाँ, ते हुण भी है कि नवा चक्रव्यूह दे विच सिख कौम फस गई है जी। और सिख कौम समझे कि सानू कोई जस्टिस दे देगा ते अपने आप नूं धोखा देना है ना, सानू दफ्तर जस्टिस देने दी तो दूर दी गल है, वो सोचेंगे भी नहीं। तुसी हजारां बंदे मार गए, एक नूं भी जस्टिस, एक नूं भी सजा नहीं देंगे जी। इस करके जनरेशन ट्रांसफर लड़ाई है। सिखां नूं इंतजार करना चाहिए, सिखां नूं वेट करना चाहिए, सिखां नूं स्ट्रैटेजी बनानी चाहिए, सिखां नूं इस आदत नूं बाहर के रखना चाहिए ताकि जनरेशन जिहड़ी है वो ट्रांसफर करी जाए जी। बिल्कुल ਬੱਬਰ ਸਾਹਿਬ, एक ਜਿਹੜੀ एडवाइस इस सारे पार्ट ਦੇ ਉੱਤੇ ਸਿੱਖਾਂ ਨੂੰ ਕੌਮ ਨੂੰ ਦਿੱਤੀ ਜਾਂਦੀ ਹੈ ਕਿ ਭੁੱਲ ਜਾਓ ਜੋ ਹੋਇਆ ਉਹ ਗੁੱਸੇ ਦੇ ਵਜੋਂ ਹੋਇਆ ਤੇ ਹੁਣ
मूव ऑन करो। तो जिहड़ी साडी कौम दे विचों भी एक हिस्सा हैगा जिहड़ा इस एडवाइस नूं कबूलदा है ते ਉਹ ਵੀ ਮੰਨਦੇ ਆ ਕਿ ਜੀ ਹੁਣ ਸਾਨੂੰ ਇਸ ਇਸ਼ੂ ਤੇ ਨਹੀਂ ਗੱਲ ਕਰਨੀ ਚਾਹੀਦੀ, ਭੁੱਲ ਕੇ ਆਪਣੀਆਂ ਜਿਹੜੀਆਂ ਲਾਈਫ ਹੈਗੀਆਂ ਨੇ ਉਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਆਪਣਾ ਜਿਹੜਾ ਧਿਆਨ ਹੈਗਾ ਉਧਰ ਨੂੰ ਦੇਣਾ ਚਾਹੀਦਾ ਹੈ। ਪਰ ਕੌਮੀ ਨੁਕਤਾ ਨਿਗਾਹ ਤੋਂ ਜਦੋਂ ਤੁਸੀਂ ਦੇਖਦੇ ਹੋ ਇਹ ਸਾਰੇ ਪਾਰਟ ਨੂੰ ਇਨਸਾਫ ਨਾ ਮਿਲਣ ਤੋਂ ਲੈ ਕੇ ਜਿਹੜਾ ਇੱਥੇ ਤੱਕ ਦਾ ਸਫ਼ਰ ਹੈਗਾ, ਉੱਥੇ ਇਹ ਗੱਲ ਭੁੱਲਣ ਵਾਲੀ ਜਿਹੜੀ ਗੱਲ ਹੈਗੀ ਹੈ ਸਰਕਾਰਾਂ ਵੱਲੋਂ ਵੀ ਕਹੀ ਜਾਂਦੀ ਹੈ ਤੇ ਕੁਝ ਸਾਡੇ ਲੋਕਾਂ ਵੱਲੋਂ ਵੀ ਕਹੀ ਜਾਂਦੀ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? देखो जी, मैनू यह गल 1985-86 दे विच बहुत वड्डे लीडरां ने और बहुत वड्डे बंदियां ने बुला के किया सीगा कि गल नूं खत्म करिए। जद असीं मूवमेंटां चलांदे सीगे, दूरदर्शन हुंदा सी, कोई सोशल मीडिया नहीं हुंदा सी, कोई चैनल नहीं हुंदे सी, कोई कनैक्टिविटी नहीं सी और लीडरशिप सारी जेलों दे विच जोधपुर दी जेलों विच बंद सी। मैं उस वक्त दौर की गल कर रहा जिस दौर ते दिल्ली गुरुद्वारा कमेटी ते कांग्रेस सरकार दा कब्जा सी और सारी लीडरशिप जेलों च। सरदार साहब देखो, मैं उस वक्त एक जवाब दिता सीगे, ठीक है असी भुल जाने, तुसी भी भुलो, तुसी भुलो राम जन्म भूमि ते बाबरी मस्जिद, तुसी भुलो इंदिरा गांधी दी समाध सफदर जंग नूं लगा दो ताला और उहदी समाधि हटा दो जी। तुसी भी भुलो, तुसी कुछ नहीं भुलना चाहते, तुसी इंदिरा गांधी दियां समाधियां दे उत्ते मेले लाओगे, तुसी उहदे सफदर जंग ते उत्ते मेले ला के टूरिस्टां नूं रोजाना 500 बसां आउंदियां ने इंदिरा गांधी दे सफदर जंग ते और फिर दस्सिया जाता है यहाँ सतवंत सिंह खड़ा था, यहाँ बेअंत सिंह खड़ा था, इंदिरा गांधी इधर से आ रही थी, सरदारों ने यहाँ से गोली मारी, इंदिरा गांधी ऐसे गिर गई। तुसी ते भुलना नहीं चाहते, तुसी कुछ नहीं भुलना चाहते, तुसी कहते हो कि असी ते राम सौगंध राम की खाते हैं, मंदिर वहीं बनाएंगे चाहे हजारा नहीं लखा लोग मारे जान जी। तुसी नहीं भुलोगे, तुसी नहीं भुलोगे इंदिरा गांधी नो सानू, तुसी कहोगे भुल जाओ। ते मैं उन्होंने कहा सिख ते अज तक गुरुआं दी शहादत नूं नहीं भुले, साहबजादियां दी शहादत नूं नहीं भुले जी। सिख ते कुछ नहीं भूलते। सिखां दी सब तो वड्डी जिहड़ी मैं कहा कमजोरी है ना, सिख हिस्ट्री पढ़ लो तुसीं, सिखां दी सब तो वड्डी कमजोरी है सिख भूलते नहीं। सिखां दी तुसीं खूबी समझो चाहे कमजोरी समझो, सिखां ने छड्डना नहीं। यह जनरेशन ट्रांसफर लड़ाई है, इसनूं कोई समझदा है कि सिख भुल जाणगे। सिख है सरकारां नूं तुसीं खुश कर लो, एजेंसियां नूं खुश कर लो, कुछ अपने दोस्तों मित्रां नूं खुश कर लो, एक अड गल है, पर सिखां दे सुभाਅ दे विच एक गल है, भुलदे नहीं। यह लड़ाई जिहड़ी है सरदार साहब भुलण वाली भी नहीं है, क्योंकि जिन्नी वड्डी मार इस लड़ाई दे विच सिख कौम नूं मारी गई है, सिख समुची सिख हिस्ट्री दे विच इतनी वड्डी मार, इतने वड्डे पद्धर पे मार, इतने करूर तरीके नाल मार कदी भी नहीं हिस्ट्री दे किसी दौर दे विच आई। जे आई भी होएगी एक कस्बे च होएगी, एक डिस्ट्रिक्ट च होएगी, पर यह लड़ाई पूरे देश दे विच लोकां ने तमाशा देखा सिखां दा, गुरुद्वारे सड़दे, गुरु ग्रंथ साहब सड़दे और सिख औरतां दा बलात्कार, सिखां नूं जिंदा साड़दे, सिखां दी अरबां खरबां रुपयां दी संपत्ति ਉਹ ਜਲਾ ਲਈ, ਲੁੱਟ ਲਈ, ਸਾਰੇ ਸੰਸਾਰ ਦੇ ਸਿੱਖਾਂ ਨੇ ਦੇਖਿਆ ਔਰ ਸਿੱਖਾਂ ਦੀ ਬੜੀ ਬੇਇੱਜ਼ਤੀ ਕੀਤੀ, ਇਹਨਾਂ ਨੇ ਸਿੱਖਾਂ ਦਾ ਬੜਾ ਅਪਮਾਨ ਕੀਤਾ, ਗੁਰੂ ਘਰ ਦੀ ਬੜੀ ਇਨਸਲਟ ਕੀਤੀ। ਇਸ ਕਰਕੇ ਆ ਜਿਹੜੀ ਮਾਰ ਪਈ ਹੈ ਸਿੱਖਾਂ ਨੂੰ ਘੇਰ ਕੇ 10-10 ਹਜ਼ਾਰ ਬੰਦਿਆਂ ਨੇ, 1-1 ਬੰਦਿਆਂ ਨੇ, 5-5 ਹਜ਼ਾਰ ਬੰਦਿਆਂ ਨੇ ਇੱਕ ਪਰਿਵਾਰ ਨੂੰ ਘੇਰ ਕੇ ਜਿੰਦਾ ਸਾੜਿਆ। ਮੈਂ ਅਕਸਰ ਕਿਆ ਕਰਨਾ ਕਿ 10 ਜੰਗਲੀ ਕੁੱਤੇ ਵੀ ਸ਼ੇਰ ਨੂੰ ਘੇਰ ਕੇ ਮਾਰ ਦਿੰਦੇ ਆ, ਕੋਈ ਗੱਲ ਨਹੀਂ। ਇਹ जनरेशन ट्रांसफर लड़ाई है, सिखां नूं चढ़दी कला च रहना चाहिए, सिखां नूं वेट करना चाहिए, इंतजार करना चाहिए, पर लोग जला के रखनी चाहिए। और जिहड़े लोग कहंदे भुल जाओ ते ओह बहुत गलत फहमी दे विच ने। जे भुलना होंदा ते सिख जिहड़े ने बड़े लोकां नूं भुल जांदे, पर सिख भुले नहीं सीगे जी। ना जिंदा भुलिया सी, ना सुखा भुलिया सी, ना कोई जिंदे जनरल वेद नूं भुलिया सी ते ना ही कोई ਹੋਰ ਕਿਸੇ ਨੂੰ ਭੁੱਲਿਆ ਸੀ ਜੀ। ਬਿਲਕੁਲ ਸਿੱਖਾਂ ਦੇ ਸੁਭਾਅ ਚ ਨਹੀਂ ਹੈ ਭੁੱਲਣਾ ਜੀ। ਬੱਬਰ ਸਾਹਿਬ ਇੱਕ ਜਾਂਦੇ ਹਿਸਟਰੀ ਦਾ ਸਟੂਡੈਂਟ ਹੈ, ਮੈਂ ਤੇ ਹਿਸਟਰੀ ਦੱਸ ਰਿਹਾ ਤੁਹਾਨੂੰ।
ਜੀ ਬਿਲਕੁਲ, ਮੈਂ ਇੱਕ ਸਵਾਲ ਜਾਂਦੇ ਜਾਂਦੇ ਤੁਹਾਡੇ ਕੋਲੋਂ ਸਿੱਖ ਡਾਇਸਪੋਰਾ ਦੇ ਹਵਾਲੇ ਨਾਲ ਪੁੱਛਣਾ ਚਾਹੂੰਗਾ ਕਿ ਜਿਹੜੀ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਦੀ ਮੁਹਿੰਮ ਡਾਇਸਪੋਰਾ ਵੱਲੋਂ ਚਲਾਈ ਜਾ ਰਹੀ ਹੈ, ਉਹਦੇ ਵਿੱਚ ਅਸੀਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਓਨਟਾਰੀਓ ਕੈਨੇਡਾ ਦੇ ਸੂਬੇ ਨੇ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਹੈ, ਤੇ ਹੁਣ ਜਦੋਂ ਅਸੀਂ ਇੱਥੇ ਦੇਖਦੇ ਹਾਂ ਰੀਸੈਂਟਲੀ ਇਸ ਸਾਲ ਦੇ ਵਿੱਚ ਕਨੈਟਿਕਟ ਵੱਲੋਂ 1 ਨਵੰਬਰ ਦਾ ਜਿਹੜਾ ਦਿਨ ਹੈਗਾ ਉਹ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਮਨਾਉਣ ਦੀ ਲਾਈਨ ਸ਼ੁਰੂ ਕੀਤੀ ਗਈ ਹੈ। ਪੈਨਸਿਲਵੇਨੀਆ ਅਮਰੀਕਾ ਦੇ ਸੂਬੇ ਵੱਲੋਂ ਇਸ ਨੂੰ ਰੈਕਗਨਾਈਜ਼ ਕੀਤਾ ਗਿਆ, ਤੇ ਅਸੀਂ ਕਈ ਸ਼ਹਿਰ ਅਮਰੀਕਾ ਦੇ ਵਿੱਚ ਇੱਦਾਂ ਦੇ ਹੈਗੇ ਆ ਜਦੋਂ ਅਸੀਂ ਦੇਖਦੇ ਹਾਂ ਦਰਜਨ ਤੋਂ ਵਧੇਰੇ ਜਿਨ੍ਹਾਂ ਨੇ ਪ੍ਰੋਕਲੇਮੇਸ਼ਨਸ ਕੀਤੀਆਂ ਨੇ ਤੇ ਇਹਨੂੰ ਜੈਨੋਸਾਈਡ ਵਜੋਂ ਮਾਨਤਾ ਦਿੱਤੀ ਹੈ, ਜਿਹਦੇ ਵਿਰੋਧ ਦੇ ਵਿੱਚ ਇੰਡੀਅਨ ਕੌਂਸੂਲੇਟਸ ਵੱਲੋਂ ਉਹਨਾਂ ਨੂੰ ਆਫੀਸ਼ੀਅਲੀ ਪ੍ਰੋਟੈਸਟ ਵੀ ਕੀਤੇ ਗਏ ਆ। ਸੋ ਜਿਹੜੀ ਇਹ ਇੱਕ ਆਸਪੈਕਟ ਇਸ ਦਾ ਇਹ ਵੀ ਹੈਗਾ ਕਿ ਬਾਹਰ ਜਿਹੜਾ ਬੈਠਾ ਸਿੱਖ ਹੈ ਉਹ ਇਹਨੂੰ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਐਕਟੀਵਿਟੀ ਕਰ ਰਹੇ ਆ, ਤੇ ਇਸ ਬਾਰੇ ਤੁਸੀਂ ਕੀ ਐਨਾਲਾਈਜ਼ ਕਰਦੇ ਹੋ ਜਾਂ ਕੀ ਤੁਹਾਡਾ ਮੁਲਾਂਕਣ ਹੈਗਾ, ਕਿਵੇਂ ਦੇਖਦੇ ਹੋ ਇਸ ਮੂਵ ਨੂੰ? इंडियन गवर्नमेंट परेशान है, दुखी है, और जो कि गल फैलती जा रही है। देखो, गुरु ग्रंथ साहब जब कितने जल साड़ दे कोई इतने गुरुद्वारे कोई साड़ दें तो सारी कौम पीड़ित हो जाती है, सारी कौम जख्मी हो जाती है। और जे प्रभु राम दा मंदिर अयोध्या दे विच सारे संसार दे हिंदुआं दी जिहड़ी पकड़ है और ध्यान है वो प्रभु राम दे मंदिर ते अयोध्या दे विच है। इस तरह बाबरी मस्जिद दे मामले ते पूरे मुस्लिम कौम दे विच पूरा ध्यान है कि वो साडी मस्जिद इन्हां ने शहीद कर दी। मेरा कहना है कि आ जिहड़ा चल पिया काम ए पहले हुंदा सी दंगा पीड़त कि सिख दंगा पीड़ित ने 84 दे विच, दंगा पीड़ित नहीं हुए। देखो, गुरुद्वारे जब सड़ गए, चाहे अमरीका दे विच किसी ने गुरुद्वारा साड़ दिता, चाहे कनेडा, चाहे पाकिस्तान, चाहे बांग्लादेश, चाहे हिंदुस्तान, दुनिया के किसी भी कोने से अगर किसी ने गुरु ग्रंथ साहब को अग ला दी या गुरुद्वारे साहब जला दिते तो समझ लो सारी कौम जख्मी है, सारी कौम पीड़ित है। उत्थे कोई दिल्ली का सिख दिल्ली दे विच गुरुद्वारे सड़ गए, गुरु ग्रंथ साहब जला दिते गए ते असीं की समझिए ए सिर्फ दिल्ली दे सिखां दा गुरु ग्रंथ साहब है जी, ए सिर्फ दिल्ली दे सिखां दे गुरुद्वारे है नहीं। एक कंसेप्ट ही जिहड़ा इन्हां ने सामने रखा सी बिल्कुल गलत सीगा। हुण उस कौम नूं समझ आ गई है, दिल्ली अगर गुरु ग्रंथ साहब सड़े ने तो सेक कनेडा भी लगेगा, सेक अमरीका भी लगेगा, सेक जिहड़ा है सारे संसार के सिखां नूं लगेगा। इस करके जिहड़ा सिलसिला चल पिया है इंडियन गवर्नमेंट नूं बहुत तकलीफ दे रहा है, और जिद्दां जिद्दां इहदे कदम अगे बढ़णगे, जिद्दां जिद्दां इहदे कदम अगे बढ़णगे उदां उदां ही संसार दे लोकां नूं इंडियन जुडिशरी दे बारे चंगी तरह पता लगेगा कि इन्हां दा जुडिशल सिस्टम कितना करप्ट है, और इत्थे लोकां नूं इंसाफ बिल्कुल नहीं मिलता, इत्थे लोकां दे नाल जुल्म होंदा है, इत्थे बहुगिनती जिहड़ी है वो माइनॉरिटी दा कत्ल कर रही है और माइनॉरिटी नूं बिल्कुल भी जस्टिस नहीं देंदे। एक्सपोज होंगे सारे संसार च होंगे, पर वक्त लगेगा क्योंकि ये जनरेशन ट्रांसफर लड़ाई है और लड़ाई बहुत बड़ी है। जी ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਇਸ ਸਾਰੇ ਇਸ਼ੂ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ, ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦਾ ਕਹਿਣਾ ਹੈਗਾ ਕਿ ਇਹ ਜਿਹੜੀ ਜੰਗ ਹੈ ਇਹ ਖਤਮ ਨਹੀਂ ਹੋਈ, ਤੇ ਸਾਨੂੰ ਜਿਹੜੀ ਇਨਸਾਫ ਦੀ ਲੋੜ ਹੈਗੀ ਹੈ ਉਹ ਜਿਉਂਦੀ ਰੱਖਣੀ ਚਾਹੀਦੀ ਹੈ ਤਾਂ ਕਿ ਇਹਨੂੰ ਆਉਣ ਵਾਲੀ ਪੀੜ੍ਹੀ ਤੱਕ ਵੀ ਜਿਹੜਾ ਹੈਗਾ ਉਹ ਪਹੁੰਚਾਇਆ ਜਾ ਸਕੇ, ਤੇ ਜਿਹੜੀ ਲੜਾਈ ਹੈ ਇਨਸਾਫ ਦੇ ਲਈ ਉਹ ਜਾਰੀ ਰਹਿਣੀ ਚਾਹੀਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਹੈਗਾ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।